ਜਾਣੈ ਕੋਇ। ਵਾਹ ਵਾਹ ਵਾਹੀ ਜਾਨੀਐ, ਵਾਹ ਜਾਣੇ ਇਹ ਹੋਏ। ਇਹ ਅਰ ਉਹ ਜਬ ਮਿਲੈ, ਤਬ ਮਿਲਤ ਨਾ ਜਾਣੈ ਕੋਇ। ਸੱਸਾ ਸੋ ਨੀਕਾ ਕਰ ਸੋਧੋ, ਘਟ ਪਰਚਾ ਕੀ ਬਾਤ ਨਿਰੋਧੋ। ਘਟ ਪਰਚੈ ਜੋ ਉਪਜੈ ਭਾਉ, ਪੂਰ ਰਹਿਆ ਤਹ ਤ੍ਰਿਭਵਨ ਰਾਉ। ਖਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ। ਖੋਜ ਬੂਝ ਜੋ ਕਰੈ ਵਿਚਾਰਾ, ਤਉ ਭਵ ਜਲ ਤਰਤ ਨਾ ਲਾਵੈ ਬਾਰਾ। ਖੋਜ ਬੂਝ ਜੋ ਕਰੈ ਵਿਚਾਰਾ, ਤਉ ਭਵ ਜਲ ਤਰਤ ਨਾ ਲਾਵੈ ਬਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਸਥਾਨ ਤੇ ਬਿਰਾਜਮਾਨ ਔਰ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਬਹੁਤ ਹੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਮਹਾਰਾਜ ਆਪ ਸਾਰੀਆਂ ਸੰਗਤਾਂ ਦੀ ਸੇਵਾ ਘਾਲ ਥਾਂ ਪਾਉਣ, ਸਭ ਦੀਆਂ ਸ਼ੁਭ ਮਨੋਭਾਵਨਾਵਾਂ ਮਹਾਰਾਜ ਪੂਰੀਆਂ ਕਰਨ। ਇਸੇ ਪ੍ਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦੇ ਰਹੋ। ਸੋ ਉਪਰੰਤ ਹੁਣੇ ਦਾਸ ਪਾਸੋਂ ਆਪ ਜੀ ਨੇ ਜੋ ਪਵਿੱਤਰ ਬਚਨ ਸਰਵਣ ਕੀਤੇ ਹਨ, ਸਤ ਸੰਗਤ ਇਹ ਪਾਵਨ ਬਚਨ ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓ ਕੀ ਦੇ ਸਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 342 ਤੇ ਇਹ ਪਵਿੱਤਰ ਬਚਨ ਦਰਜ ਹਨ ਜੀ। ਰੋਜ਼ਾਨਾ ਹੀ ਆਪਾਂ 2-3 ਪਦਿਆਂ ਦੀ, ਕਦੀ ਇੱਕ ਪਦੇ ਦੀ ਵਿਚਾਰ ਸਾਂਝੀ ਕਰਨੇ ਆ। ਅੱਜ ਅਸੀਂ ਵਿਚਾਰ ਕਰਦੇ ਕਰਦੇ
ਪਦਾ ਨੰਬਰ 38, ਪਦਾ ਨੰਬਰ 39 ਤੇ ਪਦਾ ਨੰਬਰ 40 ਤੇ ਪਹੁੰਚ ਗਏ ਹਾਂ। ਇਸ ਤੋਂ ਬਾਅਦ 41, 42, 43, 44 ਤੇ 45 ਪੰਜ ਪਦੇ ਬਚਦੇ ਨੇ। ਕਬੀਰ ਸਾਹਿਬ ਦੀ 52 ਅੱਖਰੀ ਸਮਾਪਤ ਹੋਣ ਦੇ ਕਰੀਬ ਹੈ। ਸੋ ਵਿਚਾਰਧੀਨ ਪਦਿਆਂ ਦੀ ਤੁੱਛ ਬੁੱਧੀ ਅਨੁਸਾਰ ਵਿਆਖਿਆ ਆਪ ਜੀ ਦੇ ਚਰਨਾਂ ਵਿੱਚ ਰੱਖਾਂ। ਤੋ ਆਓ ਸਾਧ ਸੰਗਤ, ਸ਼ਨੀਮਰ ਬੇਨਤੀ ਹੈ ਕਿ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਇੱਕ ਵਾਰ ਸਾਰੀ ਸੰਗਤ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਗੁਰਮੰਤਰ ਦਾ ਉਚਾਰਨ ਕਰੋ ਤੇ ਪਿਆਰ ਸਤਿਕਾਰ ਨਾਲ ਆਖੋ ਜੀ, ਸਤਿਨਾਮ ਸ੍ਰੀ। ਫਿਰ ਆਖੋ ਜੀ, ਸਤਿਨਾਮ ਸ੍ਰੀ। ਸਤ ਸੰਗਤ, ਸ਼ੁਰੂਆਤੀ ਬੋਲ ਹਨ ਵਾਹ ਵਾਹ, ਵਾਵੇ ਅੱਖਰ ਤੋਂ ਉਪਦੇਸ਼। ਵਾਹੀ ਜਾਣੀਐ ਵਾਹ ਜਾਣੇ ਇਹ ਹੋਏ। ਵਾਵੇ ਅੱਖਰ ਤੋਂ ਉਪਦੇਸ਼ ਹੈ ਵੀ ਜੇ ਕੋਈ ਵਾਹੀ ਜਾਣੀਐ, ਵਾਹੀ ਮੈਨੇ ਜੇ ਕੋਈ ਉਸ ਨੂੰ ਜਾਣ ਲਵੇ, ਉਸ ਨੂੰ ਮੀਨਜ਼ ਪ੍ਰਮਾਤਮਾ ਨੂੰ ਜਾਣ ਲਵੇ। ਰੂਹੇ ਜ਼ਮੀਨ ਤੇ ਕੋਈ ਇਸ ਤਰ੍ਹਾਂ ਦੀ ਆਤਮਾ, ਕੋਈ ਇਸ ਤਰ੍ਹਾਂ ਦਾ ਜਗਿਆਸੂ, ਕੋਈ ਇਸ ਤਰ੍ਹਾਂ ਦਾ ਸ਼ਰਧਾਲੂ ਗੁਰਸਿੱਖ ਜਿਹੜਾ ਵਾਹਿਗੁਰੂ ਨਾਲ ਜਾਣ ਪਛਾਣ ਪਾ ਲਵੇ, ਵਾਹੀ ਜਾਣੀਐ, ਉਸ ਨੂੰ ਜਾਣ ਲਵੇ ਜੀ, ਫਿਰ ਕੀ ਹੋਵੇਗਾ? ਤਾਂ ਹਜ਼ੂਰ ਫਰਮਾਨ ਕਰਕੇ ਕਹਿਣ ਲੱਗੇ, ਵਾਹ ਜਾਣੇ ਇਹ ਹੋਏ। ਉਹਨੂੰ ਜਾਣਨ ਨਾਲ ਇਹ ਵੀ ਉਸੇ ਦਾ ਹੀ ਰੂਪ ਹੋ ਜਾਏਗਾ, ਇੱਕ ਰਸਾਇਣਕ ਕਿਰਿਆ ਵਾਪਰੇਗੀ। ਕਿਉਂਕਿ ਜੈਸਾ ਸੇਵੈ ਤੈਸਾ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਸਾਨੂੰ ਬਾਣੀਕਾਰ ਕੀਰਤਨ ਪੂਜਾ ਤੋਂ ਰੋਕਦੇ ਨੇ ਤੇ ਉਹਦਾ ਇੱਕ ਰੀਜ਼ਨ ਇਹ ਵੀ ਹੈ ਵੀ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚੜ੍ਹੈ ਡੋਰੂ ਡਮਕਾਵੇ। ਜੇ ਸ਼ਿਵ ਜੀ ਨੂੰ ਪ੍ਰਸੰਨ ਵੀ ਕਰ ਲਏਗਾ ਤੇ ਆਪਣਾ ਬਲਦ ਦੇ ਦੇਗਾ, ਡਮਰੂ ਦੇ ਦੇਗਾ, ਮਰਿਆ ਸੱਪ ਦੇ ਦੇਗਾ, ਰਾਖ ਦੇ ਦੇਗਾ, ਪਿੰਡੇ ਤੇ ਮੱਲ ਹੈ। ਬੰਦਾ ਖੁਸ਼ ਹੋਵੇ ਤੇ ਵੱਧ ਤੋਂ ਵੱਧ ਇਹ ਕਰ ਸਕਦਾ ਵੀ ਜੋ ਮੇਰਾ ਹੈ ਉਹ ਤੇਰਾ। ਵੇਖਣ ਚ ਆਇਆ ਹੈ ਵੀ ਕੁਝ ਲੋਕ ਇਸ ਤਰ੍ਹਾਂ ਦੇ ਜਦੋਂ ਰੀਝ ਗਏ, ਉਹਨਾਂ ਨੇ ਆਪਣਾ ਸਭ ਕੁਝ ਵਸੀਅਤ ਕਰ ਦਿੱਤਾ, ਭਾਈ ਜੋ ਮੇਰਾ ਹੈ ਮੇਰੇ ਤੋਂ ਬਾਅਦ ਉਹ ਤੇਰਾ ਹੈ। ਹੁਣ ਇਹ ਗੱਲ ਥੋੜੀ ਜੀ ਸੁਰ ਤੇ ਜ਼ੋਰ ਦੇ ਕੇ ਸਮਝਣ ਵਾਲੀ ਹੈ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਜਦੋਂ ਬਾਣੀਕਾਰ ਕਹਿੰਦੇ ਵੀ ਤੂੰ ਸੁਪਰੀਮ ਪਾਵਰ ਨਾਲ ਜੋੜ, ਆ ਸ਼ਿਵ ਸ਼ਿਵ ਨਾ ਕਰਿਆ ਕਰ। ਕਿਉਂ ਨਾ ਕਰਾਂ ਜੀ? ਤਾਂ ਹਜ਼ੂਰ ਕਹਿਣ ਲੱਗੇ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚੜ੍ਹੈ ਡੋਰੂ ਡਮਕਾਵੇ। ਹੁਣ ਅੱਗੇ ਵੇਖੋ, ਮਾਂ ਮਾਈ ਕੀ ਪੂਜਾ ਕਰੇ, ਭਾਵੇਂ ਉਹ ਪੂਜਨੀਕ ਹੈ ਪਰ ਹੈ ਤੇ ਉਹ ਸਤ ਸੰਗਤ ਫੀਮੇਲ ਨਾ। ਤੇ ਹਜ਼ੂਰ ਕਹਿੰਦੇ ਨੇ ਨਰਸ ਹੈ, ਨਰ ਹੋਏ ਉਤਰ ਹੈ। ਤੋ ਕੀਰਤਨ ਪੂਜਾ ਨਹੀਂ, ਕਰਤੇ ਦੀ ਪੂਜਾ ਕਰਨੀ ਹੈ। ਇਹ ਨਿਚੋੜ ਹੈ ਤਮਾਮ ਵਿਸ਼ਵ ਦੇ ਧਾਰਮਿਕ ਗ੍ਰੰਥਾਂ ਦਾ। ਜਦੋਂ ਨਿਚੋੜ ਕੱਢਿਆ ਗਿਆ, ਅਰਕ ਕੱਢਿਆ ਗਿਆ ਤੇ ਜੋ ਤਿਆਰ ਹੋਇਆ, ਉਹਦਾ ਨਾਂ ਰੱਖਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਸ ਲਈ ਹੁਣ ਕੂਚਿਆਂ ਗਲੀਆਂ ਚੋਂ ਗੰਦਗੀ ਮਿੱਧ ਮਿੱਧ ਕੇ ਕੀ ਸਫ਼ਰ ਤੈਅ ਕਰਨਾ, ਸਿੱਧੇ ਬਾਈਪਾਸ ਖੜੇ ਹੋਈਏ, ਉੱਥੋਂ ਸਾਨੂੰ ਸਤਿਗੁਰੂ ਰਾਜਮਾਰਗ ਤੇ ਪਾ ਦਿੰਦੇ ਨੇ ਬਈ ਤੈਨੂੰ ਆ ਛੋਟੇ ਛੋਟੇ ਕੂਚਿਆਂ ਵਿੱਚ, ਛੋਟੀਆਂ ਛੋਟੀਆਂ ਗਲੀਆਂ ਵਿੱਚ ਲੰਘ ਕੇ ਬਾਈਪਾਸ ਆਉਣ ਦੀ ਜ਼ਰੂਰਤ ਨਹੀਂ, ਤੂੰ ਸਿੱਧਾ ਹੀ ਬਾਈਪਾਸ ਖੜਾ ਹੋ। ਮੈਂ ਤੈਨੂੰ ਸਾਰੇ ਵਿਸ਼ਵ ਦਾ ਨਿਚੋੜ ਦੱਸ ਰਿਹਾ ਵਾਂ, ਅਰਕ ਦੱਸ ਰਿਹਾ ਵਾਂ। ਵਾਹ ਵਾਹ ਵਾਹੀ ਜਾਣੀਐ ਵਾਹ ਜਾਣੇ ਇਹ ਹੋਏ। ਵਾਵੇ ਅੱਖਰ ਤੋਂ ਉਪਦੇਸ਼ ਹੈ। ਜੇ ਪ੍ਰਮਾਤਮਾ ਨਾਲ ਸਾਂਝ ਪਾ ਲਈਏ, ਪ੍ਰਮਾਤਮਾ ਨੂੰ ਸਮਝ ਲਈਏ, ਉਹਨੂੰ ਜਾਣ ਲਈਏ, ਮਾਣ ਲਈਏ ਸਾਧ ਸੰਗਤ, ਤੇ ਉਸੇ ਦਾ ਹੀ ਰੂਪ ਹੋ ਜੀਦਾ ਹੈ। ਹੁਣ ਚੂੰਕਿ ਤੁਹਾਡੀ ਖਾਤਰ, ਤੁਹਾਡੀ ਤਸੱਲੀ ਤੇ ਹੁੰਦੀ ਹੈ ਗੁਰਬਾਣੀ ਦੀ ਉਦਾਹਰਨ ਨਾਲ, ਇਸ ਲਈ ਹੁਣ ਮੈਂ ਗੁਰਬਾਣੀ ਚੋਂ ਦੋ ਇੱਕ ਸ਼ਬਦ ਇਸ ਸੰਬੰਧ ਵਿੱਚ ਤੁਹਾਡੇ ਨਾਲ ਸਾਂਝੇ ਕਰਾਂ ਵੀ ਜਿਹੜਾ ਉਹਨੂੰ ਜਾਣ ਲੈਂਦਾ ਉਸੇ ਦਾ ਹੀ ਰੂਪ ਹੋ ਜਾਂਦਾ ਹੈ।
ਸਾਧ ਸੰਗਤ ਇਹ ਅਸੰਭਵ ਨਹੀਂ ਹੈ। ਮੈਡੀਟੇਸ਼ਨ ਦੀ ਬਰਕਤ ਨਾਲ, ਸ਼ੁਭ ਕਰਨੀ ਦੀ ਬਰਕਤ ਨਾਲ ਮਨੁੱਖ ਆਹਿਸਤਾ ਆਹਿਸਤਾ ਉਸੇ ਦਾ ਹੀ ਸਵਰੂਪ ਹੋ ਜਾਂਦਾ ਹੈ। ਫਰਕ ਸਿਰਫ ਇਤਨਾ ਹੈ ਵੀ ਸਾਡੀ ਵਿੱਤ ਥੋੜੀ ਹੈ, ਉਹਦੀ ਵਿੱਤ ਬਹੁਤ ਜ਼ਿਆਦੀ ਹੈ। ਵੈਸੇ ਮੂਲ ਰੂਪ ਵਿੱਚ ਵੀ ਸਾਡੇ ਵਿੱਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਮੈਂ ਐਸਾ ਨਹੀਂ ਕਹਿ ਰਿਹਾ ਵੀ ਮੈਂ ਪ੍ਰਮਾਤਮਾ ਹਾਂ, ਪਰ ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਮੈਂ ਪ੍ਰਮਾਤਮਾ ਦੀ ਅੰਸ਼ ਹਾਂ। ਔਰ ਸਿਰਫ ਮੈਂ ਪ੍ਰਮਾਤਮਾ ਦੀ ਅੰਸ਼ ਨਹੀਂ, ਤੁਸੀਂ ਸਾਰੇ ਪ੍ਰਮਾਤਮਾ ਦੀ ਅੰਸ਼ ਹੋ। ਮੈਂ ਨਹੀਂ ਕਹਿੰਦਾ, ਹਜ਼ੂਰ ਕਹਿੰਦੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮੰਸ। ਇਹ ਸਭ ਰਾਮ ਦੀ ਅੰਸ਼ ਨੇ। ਜਿਸ ਤਰ੍ਹਾਂ ਇੱਕ ਬੂੰਦ ਪਾਣੀ ਦੀ ਨੂੰ ਲੈਬੋਰਟਰੀ 'ਚ ਲਿਜਾਈਏ ਤੇ ਉਹਦੀ ਪਰਿਭਾਸ਼ਾ H2O ਹੈ, ਇਸੇ ਤਰ੍ਹਾਂ ਸਾਗਰ ਦੇ ਪਾਣੀ ਦੀ ਪਰਿਭਾਸ਼ਾ ਵੀ H2O ਹੈ। ਬੂੰਦ ਛੋਟੀ ਹੈ, ਸਾਗਰ ਵੱਡਾ ਹੈ, ਆਤਮਾ ਛੋਟੀ ਹੈ, ਪ੍ਰਮਾਤਮਾ ਵੱਡਾ ਹੈ, ਅਸਲਾ ਇੱਕੋ ਹੀ ਹੈ। ਪਰ ਹਰ ਮਨੁੱਖ ਉਹਦਾ ਰੂਪ ਨਹੀਂ ਹੁੰਦਾ, ਹਰ ਮਨੁੱਖ ਨਹੀਂ ਹੁੰਦਾ। ਕੋਟਣ ਮੈਂ ਨਾਨਕ ਕੋ ਨਰਾਇਣ ਜੈ ਚੀਤ, ਕਰੋੜਾਂ ਚੋਂ ਕੋਈ ਇੱਕ ਅੱਧਾ। ਉਹਨਾਂ ਨੂੰ ਫਿਰ ਅਸੀਂ ਸਾਧ ਸੰਗਤ ਗੁਰਮੁਖ ਕਹਿੰਦੇ ਆ, ਉਹਨਾਂ ਨੂੰ ਅਸੀਂ ਸੰਤ ਵੀ ਕਹਿ ਦਿੰਦੇ ਆ, ਬ੍ਰਹਮ ਗਿਆਨੀ ਵੀ ਕਹਿ ਦਿੰਦੇ ਆ, ਭਲੇ ਪੁਰਸ਼ ਵੀ ਕਹਿ ਦਿੰਦੇ ਆ। ਭਗਤ ਰਵਿਦਾਸ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਇਸ ਪੰਕਤੀ ਦੀ ਬੜੀ ਖੂਬ ਵਿਆਖਿਆ ਕਰਦਾ ਹੈ। ਕਿਹੜੀ ਪੰਕਤੀ ਦੀ ਸਾਧ ਸੰਗਤ? ਜਿਹਦੇ ਵਿੱਚ ਲਿਖਿਆ ਹੈ, ਵਾਹ ਵਾਹ ਵਾਹੀ ਜਾਣੀਐ ਵਾਹ ਜਾਣੇ ਇਹ ਹੋਏ। ਜੇ ਵਾਹੀ ਨੂੰ ਜਾਣ ਲਈਏ ਤੇ ਵਾਹ ਨੂੰ ਜਾਣਨ ਤੋਂ ਬਾਅਦ ਇਹ ਜੀਵ ਵੀ ਪਰਮਾਤਮਾ ਦਾ ਹੀ ਸਰੂਪ ਹੋ ਜਾਂਦਾ ਹੈ। ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਸੰਤ ਤੁਜੀ ਤਨ ਸੰਗਤ ਪ੍ਰਾਨ। ਹੇ ਵਾਹਿਗੁਰੂ, ਆ ਜਿਹੜੇ ਗੁਰਮੁਖ ਪਿਆਰੇ ਜਪਣ ਵਾਲੇ ਨੇ ਨਾ, ਜਿਹੜੇ ਤੇਰਾ ਰੂਪ ਹੋ ਗਏ ਨੇ, ਇਹਨਾਂ ਦਾ ਤਨ, ਇਹਨਾਂ ਦਾ ਸਰੀਰ, ਇਹਨਾਂ ਦਾ ਪਿੰਡਾ ਤੇਰਾ ਹੀ ਪਿੰਡਾ ਹੈ। ਸੰਤ ਤੁਜੀ ਤਨ ਸੰਗਤ ਪ੍ਰਾਨ, ਔਰ ਤੇਰੇ ਪ੍ਰਾਣ ਸੰਗਤ ਵਿੱਚ ਵਸਦੇ ਨੇ। ਸੰਗਤ ਹੀ ਤੇਰੇ ਪ੍ਰਾਣ ਨੇ। ਸੰਗਤ ਭਾਵ ਤੇਰੀ ਜਿੰਦ ਜਾਨ ਹੈ। ਇਹ ਪ੍ਰਮਾਤਮਾ ਸੰਗਤ ਤੇਰੀ ਜਿੰਦ ਜਾਨ ਹੈ। ਇਸੇ ਵਾਸਤੇ ਅਸੀਂ ਸੰਗਤ ਦਾ ਬਹੁਤ ਮਾਣ ਕਰਨੇ ਆ। ਖਾਸ ਕਰਕੇ ਧਾਰਮਿਕ ਸਟੇਜਾਂ ਤੋਂ ਕਿਸੇ ਵਿਅਕਤੀ ਨੂੰ ਪਤਾ ਹੋਵੇ ਸੰਗਤ ਦੇ ਮਾਣ ਦਾ ਜਾਂ ਨਾ ਹੋਵੇ, ਉਹ ਸੰਗਤ ਦੇ ਪ੍ਰਤੀ ਬਚਨ ਮਾਣ ਵਾਲੀ ਕਵੇਗਾ। ਸਨਮਾਨਯੋਗ ਸਾਧ ਸੰਗਤ ਜੀ, ਆਦਰਯੋਗ ਸਾਧ ਸੰਗਤ ਜੀ, ਗੁਰੂ ਰੂਪ ਸਾਧ ਸੰਗਤ ਜੀ ਤੋਂ ਹਮੇਸ਼ਾ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਪਰ ਇਹ ਗੱਲ ਹਰੇਕ ਨੂੰ ਸਮਝ ਨਹੀਂ ਆਉਂਦੀ। ਕਿਹਨੂੰ ਸਮਝ ਆਉਂਦੀ ਹੈ? ਸਤਿਗੁਰ ਗਿਆਨ, ਜਿਹਦੇ ਕੋਲ ਸਤਿਗੁਰੂ ਦਾ ਗਿਆਨ ਹੈ, ਜਿਹਦੇ ਕੋਲ ਗੁਰਬਾਣੀ ਦਾ ਬੋਧ ਹੈ, ਜਿਹਦੇ ਕੋਲ ਸੰਪੂਰਨ ਰੂਪ ਵਿੱਚ ਗੁਰਬਾਣੀ ਦਾ ਬੋਧ ਨਹੀਂ, ਕੁਝ ਪੁਸਤਕਾਂ ਪੜ੍ਹ ਲਈਆਂ ਨੇ, ਗੁਰਬਾਣੀ ਦਾ ਪ੍ਰੋਪਰ ਅਧਿਐਨ ਨਹੀਂ ਕੀਤਾ, ਫਿਰ ਉਹਦੇ ਮਨ ਵਿੱਚ ਬਹੁਤ ਸਾਰੀਆਂ ਕੰਟਰੋਵਰਸੀਜ਼ ਖੜੀਆਂ ਹੋਣਗੀਆਂ। ਇਹ ਵੀ ਮੈਂ ਬੇਨਤੀ ਕਰ ਦਿਆਂ। ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਜਦੋਂ ਸਤਿਗੁਰੂ ਦਾ ਗਿਆਨ ਤੇਰੀ ਖੋਪੜੀ ਵਿੱਚ ਬਹਿ ਗਿਆ ਨਾ, ਉਦੋਂ ਤੂੰ ਸਮਝੇਗਾ ਵੀ ਜਿਹੜੇ ਦੇਵਾਨ ਦੇਵ ਅਕਾਲ ਪੁਰਖੇ ਸੰਤ ਉਸੇ ਦਾ ਹੀ ਸਰੂਪ ਨੇ। ਸਾਰੇ ਨਹੀਂ, ਪਰ ਵਿਰਲੇ ਵਿਰਲੇ ਹੈਗੇ ਨੇ। ਸਾਰੇ ਪਖੰਡੀ ਨਹੀਂ ਹੁੰਦੇ ਸਾਧ ਸੰਗਤ। ਇੱਕ ਗੱਲ ਹਮੇਸ਼ਾ ਸਮਝ ਲੈਣਾ, ਬਾਜ਼ਾਰ ਦੇ ਵਿੱਚ ਕੋਈ ਚੀਜ਼ ਆਵੇ, ਅਸੀਂ ਕਹਿੰਦੇ ਹਾਂ ਵੀ ਇਹ ਤੇ ਇਹਨੇ ਫਲਾਣੀ ਕੰਪਨੀ ਦੀ ਕਾਪੀ ਕੀਤੀ ਹੈ, ਤੋ ਸੱਚ ਦੀ ਹੀ ਨਕਲ ਕੀਤੀ ਹੈ ਨਾ। ਇਹਦਾ ਮਤਲਬ ਸੱਚ ਹੈ ਤੇ ਨਕਲ ਹੈ, ਅਸਲੀ ਹੈ ਤੇ ਨਕਲੀ ਹੈ। ਤੋ ਕਿਤੇ ਨਾ ਕਿਤੇ ਅਸਲੀ ਹੈ, ਉਹ ਬੇਸ਼ੱਕ ਨਾ ਮਾਤਰ ਹੈ, ਉਹ ਵੱਗਾਂ ਦੇ ਵੱਗ ਨਹੀਂ, ਪਰ ਨਾ ਮਾਤਰ ਸਹੀ, ਉਹ ਕਿਤੇ ਨਾ ਕਿਤੇ ਹੈ। ਹੁਣ ਜਿਹੜੇ ਉਹ ਕਿਤੇ ਨਾ ਕਿਤੇ ਹੈਨ, ਬਹੁਤ ਥੋੜੇ ਨੇ ਜਾਂ ਹੈਨ ਵਿਰਲੇ,
ਉਹਨਾਂ ਵਿੱਚ ਤੇ ਨਿਰੰਕਾਰ ਵਿੱਚ ਕੋਈ ਫਰਕ ਨਹੀਂ। ਇਹ ਕੌਣ ਕਹਿ ਰਹੇ ਨੇ? ਭਗਤ ਰਵਿਦਾਸ ਮਹਾਰਾਜ ਕਹਿ ਰਹੇ ਨੇ। ਔਰ ਦੂਜੇ ਸ਼ਬਦਾਂ 'ਚ ਇੰਜ ਕਹੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਔਰ ਤੀਜੇ ਸ਼ਬਦਾਂ 'ਚ ਕਹੋ ਵੀ ਵਾਹ ਵਾਹ ਬਾਣੀ ਨਿਰੰਕਾਰ ਕਹਿ ਰਹੀ ਹੈ। ਕੀ ਕਹਿ ਰਹੀ ਹੈ? ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਇਸ ਲਈ ਹੁਣ ਕਿਰਪਾ ਕਰੋ, ਜਦੋਂ ਸੰਤ ਉਸੇ ਦਾ ਹੀ ਸਰੂਪ ਨੇ, ਵਾਹ 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 ਹੀ ਜਾਣੀਐ। ਜਿਹੜੇ ਉਹਨੂੰ ਜਾਣ ਲੈਂਦੇ ਨੇ, ਵਾਹ ਜਾਣੇ ਉਹਨੂੰ ਜਾਣ ਕੇ ਫਿਰ ਕੀ ਹੁੰਦਾ ਹੈ? ਵਾਹ ਜਾਣੇ ਇਹ ਹੋਏ, ਇਹ ਵੀ ਉਸੇ ਦਾ ਹੀ ਸਰੂਪ ਹੋ ਜਾਂਦਾ ਹੈ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਹੁਣ ਕਿਰਪਾ ਕਰੋ, ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। हे ਦੇਵਾਨ ਦੇਵ ਅਕਾਲ ਪੁਰਖ ਵਾਹਿਗੁਰੂ, ਕਿਰਪਾ ਕਰੋ, ਮੈਨੂੰ ਸੰਤਾਂ ਦੀ ਸੰਗਤ ਬਖਸ਼ਿਸ਼ ਕਰੋ। ਸੰਤ ਚੀ ਸੰਗਤ ਇੱਕ ਗੱਲ, ਸੰਤ ਕਥਾ ਰਸ, ਸੰਤਾਂ ਦੀ ਰਸਨਾ ਤੋਂ ਕਥਾ ਦਾ ਰਸ, ਸੰਤ ਪ੍ਰੇਮ, ਐਸੀ ਬਿਧ ਬਣਾ ਮੇਰਾ ਗੁਰਮੁਖਾਂ ਨਾਲ ਪਿਆਰ ਪੈ ਜਾਏ। ਜਿਨ੍ਹਾਂ ਦਸੰਦਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਉਹ ਮਿੱਤਰ ਬਣਾ, ਅਸੀਂ ਕਹਿੰਦੇ ਹਾਂ ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਇਸ ਲਈ ਸੰਤ ਚੀ ਸੰਗਤ, ਚੱਚੇ ਨੂੰ ਬਿਹਾਰੀ ਚੀ, ਚੀ ਮੀਨਜ ਕੀ? ਸੰਗਤਾਂ ਦੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। संत आचरण संत चो मार्ग, और संत ओलहग ओलघणी। संतां वर्गा करैक्टर, संतां वर्गा आचरण। किहड़े संत? जिहड़े साध संगत सच्ची मुच्ची दे ने, गुरमत अनुसार ने। यह भी मैं अर्ज कर दिया। हुण अजकल बड़ी चर्चा चलती है बई बहुत सारे धार्मिक आगू जेलों च बैठे ने, तो पॉसिबिलिटी है भी उन्हां दे खिलाफ एविडेंस सन, गवाह सन, सबूत सन। पर ये नहीं मैं अर्ज कर दिया भी साडे इत्थे हिंदुस्तान विच कदी कदी कुछ पॉलिटिशियन जिहड़े ने वो खंभां दीयां डारां भी बना देंदे ने और सब कुछ सबूत तक कर देंदे ने। यह भी मर्ज करदे आ। तो सदियां लंघ जांदियां ने, फिर बाद विच लोगां नूं पता लगदा भी हकीकत कुछ होर सी। यह भी मैं बेनती करदे आ। तो सच्ची मुच्ची दे जिहड़े गुरमुख प्यारे ने, गुरमत अनुसार ने, गुरु की बख्शिश दे पात्र ने साध संगत, उन्हां वर्गा मैनूं करैक्टर दिओ। क्योंकि जिहड़ा करैक्टर है ना गुरमुख प्यारिओ, एक टेबल टाक विच सियाणे गल कहिंदे हुंदे, हुण ते हौली हौली वो पुरानी हो गई है। वो कहिंदे हुंदे सन भी जे धन चला गया तो समझ लो भी कोई खास नुकसान नहीं। असीं ते धन चला जाए तो सानूं ते हार्ट अटैक होण नूं आ जांदा है। मैं भी विच ही हाँ, मैं कोई ब्रह्म ज्ञानी नहीं, तुहाडे वर्गा ही हाँ। धन चला जाए ना, असीं दिल नूं ला लैंदे आ साध संगत भी बड़ा नुकसान हो गया, किवें गल बनेगी। वो कहिंदे सन भी कोई गल नहीं, इहनूं ते तूं समझ भी कुछ भी नहीं होया। जे सेहत पक्षों नुकसान है तो थोड़ी टेंशन ले भी ये वाकई जैनुअन नुकसान है, नहीं सी होना चाहिए, ये ज़्यादा खराब है। पर जे किते आचरणक पक्षों नुकसान हो गया तो फिर समझ ले भी तेरा सारा कुछ ही नुकसान हो गया। तो इनू वो वड्डा नुकसान मानते सन आचरण। अजकल उन्होंने असीं करैक्टर कहने आ। इसनूं गुरबाणी साध संगत आचरण भी किया है, आचार भी किया है।
ਖਾਣ ਵਾਲਾ ਅਚਾਰ ਨਹੀਂ। ਇੱਥੇ ਅਚਾਰ ਦੇ ਅਰਥ ਕਰੈਕਟਰ ਨੇ। ਕਿੱਥੇ ਲਿਖਿਆ ਹੈ? ਤਾਂ ਹਜ਼ੂਰ ਫਰਮਾਨ ਕਰਦੇ ਨੇ, ਸੱਚੋਂ ਊਰੈ ਸਭ ਕੋ ਉੱਪਰ ਸੱਚ ਆਚਾਰ। ਸੱਚ ਸਾਰਿਆਂ ਤੋਂ ਉੱਤੇ ਹੈ, ਪਰ ਅੱਛਾ ਆਚਰਣ ਜਿਹੜਾ ਹੈ ਉਹ ਸੱਚ ਦੇ ਵੀ ਸਿਰ ਤੇ ਚੜ ਕੇ ਬੈਠਾ ਹੋਇਆ ਹੈ। ਆਚਰਣ, ਸੰਤ ਆਚਰਣ, ਗੁਰਮੁਖਾਂ ਵਰਗਾ ਆਚਰਣ ਦੇ, ਅੱਛਾ ਆਚਰਣ। ਔਰ ਇੱਕ ਹੋਰ ਅਰਜ਼ ਕਰਾਂ, ਆਚਰਣ ਦੇ ਅਰਥ ਸਿਰਫ ਇੱਕ ਗੱਲ ਨਾਲ ਅਸੀਂ ਜੋੜ ਲਏ ਨੇ, ਉਹ ਸਿਰਫ ਉਹ ਆਚਰਣ ਨਹੀਂ, ਸਾਰਾ ਹੀ ਨੈਤਿਕਤਾ ਦਾ ਕਨਸੈਪਟ ਉਹਦੇ ਵਿੱਚ ਆ ਜਾਂਦਾ ਹੈ। ਸਾਡਾ ਲਾਈਫ ਸਟਾਈਲ ਕੀ ਹੈ? ਅਸੀਂ ਜ਼ਰੂਰ ਇਹ ਆਤਮ ਮੰਥਨ ਕਰੀਏ ਵੀ ਅੱਜ ਤੱਕ ਅਸੀਂ ਸਮਾਜ ਦੇ ਭਲੇ ਵਾਸਤੇ, ਕੌਮ ਦੇ ਭਲੇ ਵਾਸਤੇ, ਦੇਸ਼ ਦੇ ਭਲੇ ਵਾਸਤੇ ਕੀ ਕੀਤਾ ਹੈ। ਔਰ ਬਹੁਤ ਸਾਰੇ ਤੇ ਮੇਰੇ ਵਰਗੇ ਉਹਨਾਂ ਤੋਂ ਪਰਿਵਾਰ ਦਾ ਭਲਾ ਨਹੀਂ ਹੁੰਦਾ, ਉਹਨਾਂ ਨੇ ਸੰਸਾਰ ਦਾ ਭਲਾ ਕੀ ਕਰਨਾ। ਤੁਸੀਂ ਪਰਿਵਾਰ ਦੀ ਗੱਲ ਛੱਡੋ, ਉਹਨਾਂ ਤੋਂ ਆਪਣਾ ਭਲਾ ਨਹੀਂ ਹੁੰਦਾ, ਆਪਣਾ ਖੁਦ ਦਾ ਭਲਾ ਨਹੀਂ ਹੁੰਦਾ। ਆਪਣਾ ਭਲਾ ਕੀ ਹੈ? ਤੈਨੂੰ ਹਜ਼ੂਰ ਨੇ ਮਨੁੱਖਾ ਸਰੀਰ ਦਿੱਤਾ ਹੈ, ਕਮ ਸੇ ਕਮ ਇਹਨੂੰ ਸਰੀਰ ਨੂੰ ਤੇ ਸਵਾਰ ਕੇ ਰੱਖ। ਤੂੰ ਫਿਜ਼ੀਕਲੀ ਤੇ ਫਿੱਟ ਹੋਵੇਂ ਨਾ। ਹੁਣ ਥੋੜਾ ਜਿਹਾ ਆਰਾਮ ਪ੍ਰਸਤੀ ਕਰਕੇ ਸਾਡੇ ਪੰਜਾਬੀਆਂ ਦੇ, ਖਾਸ ਕਰਕੇ ਸਿੱਖਾਂ ਦਾ ਰਹਿਣ ਸਹਿਣ ਜਿਹੜਾ ਉਹ ਥੋੜਾ ਲਿਵਿੰਗ ਸਟੈਂਡਰਡ ਮੇਨਟੇਨ ਹੁੰਦਾ ਹੈ, ਰਿਜ਼ਕ ਘਰਾਂ 'ਚ ਹੈਗਾ ਹੈ। ਤੇ ਆਮ ਤੌਰ ਤੇ ਮੈਂ ਦੇਖਣਾ ਵੀ ਸਾਡੇ ਤੇ ਜਿਹੜੇ ਟੀਨੇਜਰ ਬੱਚੇ ਨੇ ਉਹ ਵੀ ਫੈਟੀ ਨੇ, ਉਹਨਾਂ ਦੇ ਵੀ ਪੇਟ ਵਧੇ ਹੋਏ ਨੇ। ਤੇ ਹੁਣ ਤੁਸੀਂ ਕਹੋਗੇ ਵੀ ਲਓ, ਇਹ ਗੁਰਬਾਣੀ 'ਚ ਪੇਟ ਬਾਰੇ ਵੀ ਕਥਾ ਹੈਗੀ। ਹਜ਼ੂਰ ਕਹਿੰਦੇ ਨੇ, ਝਿੜਕ ਮਾਰ ਕੇ ਕਹਿੰਦੇ ਨੇ, ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਕਿਉਂ ਨਹੀਂ ਤੂੰ ਐਕਸਰਸਾਈਜ਼ ਕਰਦਾ? ਤੂੰ ਸੈਰ ਕਿਉਂ ਨਹੀਂ ਕਰਦਾ? ਤੂੰ ਕਿਰਤ ਕਿਉਂ ਨਹੀਂ ਕਰਦਾ? ਕੰਮ ਕਿਉਂ ਨਹੀਂ ਕਰਦਾ? ਕਿਉਂ ਤੂੰ ਆਪਣਾ ਇਹ ਐਡਾ ਅਨਮੋਲ ਸਰੀਰ ਜਿਹੜਾ ਇਹਨੂੰ ਨਿਸਤੋ ਨਾਬੂਦ ਕਰ ਰਿਹਾ? ਇਸ ਐਂਗਲ ਤੋਂ ਵੀ ਮਹਾਰਾਜ ਨੇ ਸਾਨੂੰ ਖਬਰਦਾਰ ਕੀਤਾ। ਇਹ ਨਹੀਂ ਵੀ ਸੰਤ ਉਹ ਹੁੰਦਾ ਜਿਹੜਾ ਖੁੱਲਾ ਸਾਰਾ ਚੋਲਾ ਤੇ ਵੱਡਾ ਸਾਰਾ ਢਿੱਡ, ਆਪਣੇ ਪੈਰ ਵੀ ਲੰਮਾ ਪੈ ਕੇ ਵੇਖੇ ਨਾ। ਉਹ ਜਿਹੜਾ ਫਿਜ਼ੀਕਲੀ ਫਿੱਟ ਹੈ, ਆਪਣੇ ਆਪ ਨੂੰ ਜਿੰਨੇ, ਕਿਉਂਕਿ ਸਵਸਥ ਤਨ ਵਿੱਚ ਹੀ ਸਵਸਥ ਮਨ ਜਿਹੜਾ ਉਹ ਨਿਵਾਸ ਕਰਦਾ ਹੈ। ਤੋ ਆਚਰਣ ਦਾ ਅਰਥ ਸਿਰਫ ਇੱਕ ਗੱਲ ਨਹੀਂ, ਇਹ ਸਾਰੀਆਂ ਗੱਲਾਂ ਆਚਰਣ ਵਿੱਚ ਆ ਜਾਂਦੀਆਂ ਨੇ, ਨੈਤਿਕਤਾ ਵਿੱਚ ਆ ਜਾਂਦੀਆਂ ਨੇ। ਇੱਥੋਂ ਤੱਕ ਵੀ ਅਸੀਂ ਦੂਜਿਆਂ ਬਾਰੇ ਸੋਚਨੇ ਕੀ ਆ, ਇਹ ਵੀ ਆਚਰਣ ਦਾ ਹਿੱਸਾ ਹੈ। ਆਹ ਬੰਦਾ ਜਿਹੜਾ ਹੈ ਇਹ ਕਿਤੇ ਮਰ ਜਾਏ ਨਾ, ਜੇ ਬੜਾ ਚੰਗਾ ਹੋਵੇ, ਅਸੀਂ ਉਹਨੂੰ ਫਿਜ਼ੀਕਲੀ ਨਹੀਂ ਮਾਰ ਸਕੇ, ਮਨ ਕਰਕੇ ਤੇ ਕਤਲ ਕਰ ਦਿੱਤਾ ਹੈ ਨਾ। ਇਹ ਤੇ ਸਾਨੂੰ ਕਾਨੂੰਨ ਦਾ ਡਰ ਸੀ, ਇਸ ਕਰਕੇ ਅਸੀਂ ਨਹੀਂ ਕੀਤਾ। ਜੇ ਕਾਨੂੰਨ ਦਾ ਡਰ ਨਾ ਹੁੰਦਾ, ਹੋ ਸਕਦਾ ਅਸੀਂ ਕਰ ਹੀ ਦਿੰਦੇ, ਕਿਉਂਕਿ ਸਾਡੇ ਅੰਦਰ ਸੰਕਲਪ ਤੇ ਹੈ ਨਾ, ਉਹਨੂੰ ਇੰਪਲੀਮੈਂਟ ਨਹੀਂ ਕਰ ਸਕੇ। ਤਾਂ ਇਹ ਵੀ ਪਾਪ ਹੈ। ਨਰ ਅਚੇਤ ਪਾਪ ਤੇ ਡਰ ਰੇ। ਮਨ ਕਰਕੇ ਬੜੇ ਪਾਪ ਕਰਨੇ ਆ ਅਸੀਂ, ਬਚਨਾ ਕਰਕੇ ਕਰਨੇ ਆ, ਕਿਸੇ ਦੀ ਆਤਮਾ ਦੁਖਾ ਦਿੰਨੇ ਆ, ਔਰ ਫਿਰ ਕਈ ਵਾਰ ਕਰਮਾਂ ਕਰਕੇ ਵੀ ਕਰਨੇ ਆ। ਖੈਰ, ਇੱਕ ਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ, ਮੈਨੂੰ ਸੰਤਾਂ ਵਰਗਾ ਕਰੈਕਟਰ ਦਿਓ। ਸੰਤ ਦਾ ਕਰੈਕਟਰ ਕੀ ਹੈ? ਉਹ ਕਿਸੇ ਦਾ ਬੁਰਾ ਨਹੀਂ ਚਿਤਵਦਾ, ਭਲਾ ਹੀ ਸੋਚਦਾ ਹੈ। ਇਸ ਲਈ ਸੰਤ ਆਚਰਣ, ਸੰਤ ਚੋ ਮਾਰਗ, ਮਾਰਗ ਮੈਨੇ ਰਸਤਾ, ਉਹ ਰਸਤਾ ਜਿਹਦੇ ਤੇ ਤੁਰ ਕੇ ਕੋਈ ਸੰਤ ਬਣ ਸਕਦਾ ਹੈ, ਸੰਤਾਂ ਵਾਲਾ ਰਸਤਾ। ਔਰ ਫਿਰ ਹਜ਼ੂਰ ਕਹਿੰਦੇ ਨੇ, ਸੰਤ ਚ ਓਲਗ ਓਲਘਣੀ। ਸਾਧ ਸੰਗਤ ਓਲਗ ਕਹਿੰਦੇ ਨੇ ਦਾਸ ਨੂੰ, ਗੁਲਾਮ ਨੂੰ, ਖਾਦਮ ਨੂੰ, ਸੇਵਕ ਨੂੰ, ਸਰਵੈਂਟ ਨੂੰ। ਐਸੀ ਕਿਰਪਾ ਕਰੋ, ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ ਲਓ, ਸੰਤਾਂ ਦੇ ਦਾਸਾਂ ਦਾ ਮੈਨੂੰ ਦਾਸ ਬਣਾ ਲਓ। ਸੰਤ ਚ ਓਲਗ ਓਲਘਣੀ, ਇਹ ਨਿਮਰਤਾ ਹੈ। ਯਾਨੀ ਅਸੀਂ ਇੰਨੇ ਸਨਿਮਰ ਹੋਈਏ ਵੀ ਅਸੀਂ ਪ੍ਰਮਾਤਮਾ ਦੇ ਜਿਹੜੇ ਸੇਵਕ ਨੇ, ਗੁਰਮੁਖ ਪਿਆਰੇ, ਉਹਨਾਂ ਦੇ ਸੇਵਕ ਤੇ ਬੰਨਾ ਦੂਰ ਦੀ ਗੱਲ ਹੈ, ਉਹਨਾਂ ਦੇ ਸੇਵਕਾਂ ਦੇ ਵੀ ਸੇਵਕ ਬਣ ਜਾਈਏ। ਔਰ ਮੈਂ ਤੇ ਮਹਿਸੂਸ ਕਰਨਾ ਵੀ ਪਾਣੀ ਦਾ ਗਲਾਸ ਦੇਣ ਲੱਗਿਆ ਵੀ ਸਾਨੂੰ ਮਹਿਸੂਸ ਹੁੰਦਾ ਵੀ ਸ਼ਾਇਦ ਮੈਂ ਛੋਟਾ ਹੋ ਜਾਵਾਂਗਾ। ਵੇਖਣਗੇ ਵੀ ਇਹ ਟਰੇ 'ਚ ਰੱਖ ਕੇ ਪਾਣੀ ਲਈ ਜਾਂਦਾ, ਤੋ ਇਹ ਈਗੋ ਆੜੇ ਆਉਂਦੀ ਹੈ ਸੇਵਾ ਕਰਨ ਲੱਗਿਆ।
ਮੈਨੂੰ ਆਪਣੇ ਗੁਰਮੁਖ ਪਿਆਰਿਆਂ ਦੇ ਸੇਵਕਾਂ ਦਾ ਸੇਵਕ ਬਣਾ ਲੈ। ਸੰਤ ਆਚਰਣ ਸੰਤ ਚੀ ਸੰਗਤ, ਸੰਤ ਚ ਓਲਗ ਓਲ ਗਣੀ। ਔਰ ਇੱਕ ਮੰਗੋ, ਇੱਕ ਮੇਰੀ ਮੰਗ ਹੋਰ ਵੀ ਹੈ ਕਿ ਔਰ ਇੱਕ ਮੰਗੋ ਭਗਤ ਚਿੰਤਾ ਮਨ। ਮੈਨੂੰ ਆਪਣੀ ਭਗਤੀ ਦੀ ਦਾਤ ਦਿਓ, ਜਿਹੜੀ ਭਗਤੀ ਜੋ ਵੀ ਚਿਤਵੀ ਹੈ ਉਹ ਬਖਸ਼ਿਸ਼ ਕਰ ਦਿੰਦੀ ਹੈ। ਸਾਧ ਸੰਗਤ, ਬੰਦਗੀ ਕਰਨ ਨਾਲ ਸਿਰਫ ਪਰਲੋਕ ਨਹੀਂ ਸੌਰਦਾ, ਪਰਲੋਕ ਤੇ ਸੌਰਦਾ ਹੈ, ਲੋਕ ਵੀ ਸੌਰਦਾ ਹੈ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਤੇ ਹਜ਼ੂਰ ਸਾਡੀ ਤੁਹਾਡੀ ਖਾਤਰ ਵਾਸਤੇ, ਸਾਨੂੰ ਹੌਸਲਾ ਦੇਣ ਵਾਸਤੇ ਕਈ ਇਸ ਤਰ੍ਹਾਂ ਦੇ ਬਚਨ ਲਿਖਦੇ ਨੇ ਨਾ, ਗੋਬਿੰਦ 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 ਸੰਗ ਮਾਨ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਪਇਓ ਗੁਣੀ ਗਹੀਰਾ। ਰਵਿਦਾਸ ਟਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਬਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿੱਧ ਸੁਣ ਕੇ ਜੱਟ ਰੋ। ਇਹਨਾਂ ਸਾਰਿਆਂ ਵੱਲ ਵੇਖ ਕੇ ਆ ਧੰਨਾ ਜੱਟ ਵੀ ਕਹਿਣ ਲੱਗਾ, ਜੇ ਇਹ ਕਰ ਸਕਦੇ ਨੇ ਤੇ ਮੈਂ ਕਿਉਂ ਨਹੀਂ ਕਰ ਸਕਦਾ। ਇਹ ਬਿੱਧ ਸੁਣ ਕੇ ਜੱਟ ਰੋ, ਉੱਠ ਭਗਤੀ ਲਾਗਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮਿਲੇ ਪ੍ਰਤੱਖ ਗੁਸਾਈਆਂ ਧੰਨਾ। ਸਾਧ ਸੰਗਤ, ਪ੍ਰਤੱਖ ਇਸ ਤਰ੍ਹਾਂ ਕਹਿੰਦੇ ਨੇ ਜਿਵੇਂ ਸਾਹਮਣੇ ਆ ਕੇ ਕੋਈ ਖੜਾ ਹੋ ਜਾਵੇ ਵੀ ਕਰ ਗੱਲ, ਕੀ ਗੱਲ ਕਰਨੀ ਹੈ, ਇਹਨੂੰ ਕਹਿੰਦੇ ਪ੍ਰਤੱਖ। ਧੰਨੇ ਦੇ ਸਾਹਮਣੇ ਪ੍ਰਤੱਖ ਆ ਕੇ ਖੜਾ ਹੋ ਗਿਆ। ਦੱਸ ਧੰਨਿਆ, ਆਖਣ ਲੱਗਾ ਮੈਂ ਜਾਣਾ ਪਿੰਡ ਪ੍ਰਸ਼ਾਦਾ ਛਕਣ, ਬਸ ਫਿਲਹਾਲ ਤੇ ਇੰਨਾ ਕੁ ਕੰਮ ਹੀ ਹੈ ਵੀ ਇੱਕ ਤੇ ਬਲਦਾਂ ਨੂੰ ਕਦੀ ਕਦੀ ਸੋਟੀ ਮਾਰ ਦੇਈ, ਇੱਕ ਜਦੋਂ ਕਿਆਰਾ ਬਦਲਣ ਵਾਲਾ ਹੋਇਆ ਉਦੋਂ ਕਿਆਰਾ ਬਦਲ ਦੇਈ। ਕਹਿੰਦੇ ਨੇ ਧੰਨੇ ਦੇ ਕਿਆਰੇ ਵੀ ਬਦਲੇ ਰੱਬ ਨੇ। ਪਿਆਰ ਵਿੱਚ ਉਹ ਨਾਮਦੇਵ ਦੀ ਛੱਪਰ ਵੀ ਬਣਾ ਦਿੰਦਾ ਹੈ, ਪਿਆਰ ਵਿੱਚ ਉਹ ਧੰਨੇ ਵਰਗਿਆਂ ਦੇ ਕਿਆਰੇ ਵੀ ਮੋੜ ਦਿੰਦਾ ਹੈ। ਕਿਉਂਕਿ ਗੋਬਿੰਦ ਭਾਓ ਭਗਤ ਦਾ ਭੁੱਖਾ। ਔਰ ਇੱਕ ਮੰਗੋ, ਮੇਰੀ ਇੱਕ ਹੋਰ ਮੰਗ ਹੈ, ਇੱਕ ਹੋਰ ਡਿਮਾਂਡ ਹੈ ਕਿ ਭਗਤ ਚਿੰਤਾਮਣ ਜਣੀ ਲਿਖਾਵੋ। जनी लिखावो मैंने, ना लिखावो, ना लिखावो मैंने, ना विखाओ। की ना विखाओ? असंत पापी सण। सण मैंने समेत संगत, ਜਿਹੜੇ असंत ने, साकत ने, पापी ने, उन्हां दी संगत ना मैनू विखाया जाए। क्योंकि जिन कै भीतर है अंतरा, सत्संग जैसे पस तैसे ओए नरा। और एक मांगो, एक मेरी होर मांग है, एक होर डिमांड है, भगत चिंतामण जनी लिखावो असंत पापी सन। रविदास भणै के भणै, जो जाने सो जान। ये गल किसे विरले ने जिन्हें जानी, उन्होंने पता है कि संत अनंत है, अंतर नाही। संत अनंत है, अनंत है मैंने रब जी जी का कोई अंत नहीं, ते संत मैंने भाव स्पष्ट है। संत अनंत है, अंतर नाही, इन्हां विच कोई अंतर नहीं, इन्हां विच कोई फर्क नहीं है, ये इक्को ही ने। हर हर जन दोए एक हैं, बिब विचार कछ नाहे, दूजी कोई विचार नहीं। जल ते उपज तरंग, ज्यों जल ही बिखै समाहे। वाह 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 ही जानी है, वावे अखर तो उपदेश। वाह ही जानी है, जेड़ा वाही नू जान लैंदा है, निरंकार नू जान लैंदा है। वाह जाने ए होए, ओनू जान के ये भी उसे दा ही रूप हो जाता है। ओनू जान के ये भी ओदा रूप हो जाता है। संत तुझी तन संगत प्राण वाली गल हो जाती है। और दास अनिन मेरो निज रूप वाली गल हो जाती है। दास अनिन मेरो निज रूप। कहते ने एक दिन ना इल्हाम होया भगत नामदेव साहब महाराज नूं। नामदेव, तेनू पता है भी जेड़ा मेरा अनिन सेवक है ਉਹਦੀ ਕੀ ਅਵਸਥਾ ਹੁੰਦੀ ਹੈ। ਸਤਸੰਗ ਦੇ ਨਾ ਗੁਰਬਾਣੀ 'ਚ ਇਹਦਾ ਸਪੈਲਿੰਗ ਥੋੜੇ ਜਿਹਾ ਫਰਕ ਨਾਲ ਆਉਂਦੀ ਹੈ। ਕਿਤੇ ਤੇ ਐੜਾ ਨੰਨੇ ਟਿੱਪੀ ਨੰਨਾ, ਅਨੰਨ ਇਦਾਂ ਵੀ ਆਉਂਦਾ ਹੈ। ਕਿਤੇ ਐੜਾ
फिर नन्ने नूं दो नुकते ने, छियारी भी है टिप्पी भी है, और फिर नन्ना है। अनिन भी है अनन भी है, भाव इक्को ही है। नामदेव तेनू पता है भी जिहड़ा मेरा अनन सेवक है उहदी की अवस्था है। हुण साध संगत तुसीं किते अर्थ वेखो ना, खास करके इनसाइक्लोपीडिया विच, ते मैं सौखे जे शब्दां विच, क्योंकि तुहानूं पता ही है मेरा लंबे समय तो तुसीं सारे वाकफ हो बई शब्द महंगे महंगे भी कथा च वरते जा सकते हैं, पर उन्हां शब्दां दा लाभ की है जिन्हां नूं समझण विच भी अगले नूं जाके डिक्शनरी देखनी पवे। सरल भाषा सुखैन हुंदी है गल आदान प्रदान करन विच, प्रयोजन ते समझना समझाना है ना। विद्वता दा जो नुमाइश करनी है वो तो साडा प्रयोजन नहीं ना, ये मेरी अर्ज है। हुण आनंद दे तुसीं अर्थ भालने होण ना समझने होण ते मैं बिल्कुल सौखे शब्दां दसां, आनंद ओनू कहिंदे ने जिहदी सिर्फ एक विच आस्था है, बस इतनी को गल है। वो आसे पासे वेखे ही ना, वो है दे दिंदा है, वो दे दिंदा, वो चंगा, वो कहे जी सारे ही चंगे ने, कोई माड़ा नहीं, पर मेरी आस्था इक्को विच ही है। एको है भाई एको है, साहिब मेरा, बस इतनी को गल है। ਉਹਨੂੰ ਕਹਿੰਦੇ ਨੇ ਅਨੰਨ ਜਾਂ ਅਨਿੰਨ। ਹੁਣ ਉਹ ਜਿਹੜਾ ਅਨਿੰਨ ਹੈ ਉਹਦੇ ਕੋਲ ਬਰਕਤਾਂ ਕਿੰਨੀਆਂ ਨੇ ਪਿਆਰਿਓ, ਕੈਸੀ ਬਖਸ਼ਿਸ਼ ਹੈ। ਮੈਂ ਤੁਹਾਡੇ ਤੋਂ ਆਗਿਆ ਲੈ ਕੇ ਅਰਜ਼ ਕਰਾਂ। ਭਗਤ ਨਾਮਦੇਵ ਸਾਹਿਬ ਨੂੰ ਇਲਹਾਮ ਹੋਇਆ ਵੀ ਨਾਮਦੇਵ ਤੈਨੂੰ ਪਤਾ ਹੈ ਅਨਿੰਨ ਕਿਹਨੂੰ ਕਹਿੰਦੇ ਨੇ? ਕਹਿਣ ਲੱਗੇ ਮਹਾਰਾਜ ਮੈਨੂੰ ਨਹੀਂ ਪਤਾ, ਤਰੁੱਠੇ ਹੋ ਤੇ ਦੱਸ ਦਿਓ। ਆਵਾਜ਼ ਆਈ ਵੀ ਕਾਗਜ਼ ਕਲਮ ਤਿਆਰ ਕਰ। ਵੇਖੋ ਗੱਲ ਭਾਵਨਾ ਦੀ ਏ। ਨਾਮਦੇਵ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ ਤੇ ਉਹਨਾਂ ਦੀ ਅਵਸਥਾ ਬਿਲਕੁਲ ਸਪਸ਼ਟ ਹੋ ਜਾਂਦੀ ਏ। ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ। ਜਿੱਦਾਂ ਮੋਬਾਈਲ ਫੋਨ ਤੇ ਗੱਲ ਨਹੀਂ ਹੋ ਰਹੀ ਹੁੰਦੀ, ਜਿੱਦਾਂ ਲੈਂਡਲਾਈਨ ਤੇ ਗੱਲ ਨਹੀਂ ਹੋ ਰਹੀ ਹੁੰਦੀ, ਹਾਂਜੀ ਕੌਣ ਬੋਲਦੇ ਹੋ ਜੀ, ਅੱਛਾ 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 ਤੁਸੀਂ ਫਲਾਣਾ ਸਿੰਘ ਬੋਲਦੇ। ਪਹਿਲਾਂ ਆਵਾਜ਼ ਸਮਝ ਨਹੀਂ ਆਉਂਦੀ, ਹੈਲੋ ਹਾਏ ਕੀਤਿਆਂ ਥੋੜੀ ਜੀ ਗੱਲ ਉਹ ਸ਼ੁਰੂ ਕਰਦਾ, ਉਹ ਕਹਿੰਦੇ ਫਲਾਣੇ ਬੋਲਦੇ ਹੋ, ਹਾਂਜੀ। ਤੂੰ ਕੌਣ ਰੇ ਇਹ ਨਹੀਂ ਆਖਿਆ ਮੈਂ ਨਾਮਾ, ਇਹ ਵੀ ਸਮਝ ਲੈਣਾ। ਤੂੰ ਕੌਣ ਰੇ ਲਾਈਨ ਮਲਾਈ, ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਵੀ ਯਕ ਅਰਜ਼ ਗੁਫਤਮ ਪੇਸ ਤੋਂ ਦਰਗੋਸ਼ ਕੁਨ ਕਰਤਾਰ। हे करतार मेरी यक अर्ज, यक मैंने एक शब्द है ना, आप कहने भी की गल हो गई, किवें सट वज गई, वो जी मोड़ सी, वो मैं इधरों जा रहा सा, अगों यकदम मोटरसाइकिल आ गई। आप ये शब्द वरतने आ भावें सानू ये पद अर्थां दा पता ना ही होवे। यक मीन सडनली, एकदम एकदम। यक अर्ज मेरी एक अर्ज है, मेरी एक बेनती है, प्रेयर है, रिक्वेस्ट है कि गुफ्तम, गुफ्त अगे मां, गुफ्तम तेरे नाल गुफ्तगू करनी है। दरपेश, दरपेश हुण जिहड़ा शब्द है फलाणे दी पेशी है, तो पेश जां पेशी दे अखरी अर्थ की ने? पेश जां पेशी दे अखरी अर्थ ने सामने, फ्रंट। ते जदों पेशी की हुंदी है उहदे जज दे सामने जाके खड़े होना पैंदा ना, उसे नूं पेशी कहने हैं ना। तो पेश जां पेशी दे अखरी अर्थ सामने खड़े होना। गुरु नानक साहब कहते ने यक अर्ज गुफ्तम पेश तो दरगोश, गोश कन फारसी ईयर। पर मैं इदां नहीं करनी जिवें लोकी करी जांदे ने ते तू सुनी जाना। मेरी गल ते तेनू कन दे के सुननी पवेगी। दरगोश कुन करतार। फिर कहते ने थोड़ी तारीफ करते ने हक्का कबीर करीम तू बेऐ परवदिगार। फिर अगे दसते ने भी मैं की कहना चाहना। इस तरह भगत नामदेव साहब दियां लाइनां जदों जुड़दियां ने ते वो आवाज आउंदी है तू कौन रे। असीं कहने हाँ जी कौन बोलते हो, वो कहते जी मैं बोलना। ते जदों जदों तक वो कहंदा ना मैं बोलना, उन्हें च असीं आवाज पछाण के उहदा नाम लैके कहने भी फलाना, वो कहता हाँ जी। बिल्कुल इस तरह है ना। तू कौन रे मैं जी, अच्छा नामा हो जी, हाँ जी दसो जी आला ते निवारना जम कारना। सुनिया है जम बड़ा कुटदे ने
मैं क्या मैं पहले ही पहुंच कर ਲਾਂ भी मेरा जमा नाल वास्ता ना बने। कहने लगे तथास्तु, नहीं बनेगा। इदां खुलियां गल्लां अज भी उन्हां दी संवाद हो रहा अकाल पुरख नाल। रस लिया जे, आनंद लिया जे। ਅਸੀਂ ਕਹਿੰਦੇ ਆ ਰੱਬ ਦੀਆਂ ਗੱਲਾਂ, ਰੱਬ ਸਾਡੇ ਨਾਲ ਗੱਲਾਂ ਕਰੇ। ਆ ਵੀ ਤੇ ਰੱਬ ਨਾਲ ਹੀ ਗੱਲਾਂ ਨੇ ਜਿਹੜੀਆਂ ਨਾਮਦੇਵ ਦੀਆਂ ਤੇ ਰੱਬ ਦੀਆਂ ਹੋ ਰਹੀਆਂ ਨੇ। ਇਹਨਾਂ ਨੂੰ ਫੀਲ ਕਰ ਲਓ ਵੀ ਸਾਡੇ ਨਾਲ ਹੀ ਹੋ ਰਹੀਆਂ ਨੇ, ਇਹਨਾਂ ਦਾ ਆਨੰਦ ਲੈ ਲਓ। ਨਾਮਦੇਵ ਤੈਨੂੰ ਪਤਾ ਮੇਰਾ ਅਨੰਨ ਸੇਵਕ ਕਿੱਦਾਂ ਦਾ ਹੁੰਦਾ ਹੈ? ਮਹਾਰਾਜ ਤੁਸੀਂ ਤਰੁੱਠੇ ਹੋ ਤੇ ਦੱਸ ਦਿਓ। ਆਵਾਜ਼ ਆਈ ਕਾਗਜ਼ ਕਲਮ ਤਿਆਰ ਕਰਕੇ ਲਿਖ, ਮੈਂ ਤੈਨੂੰ ਦੱਸਣਾ, ਤੂੰ ਸੰਸਾਰ ਦੇ ਲੋਕਾਂ ਨੂੰ ਦੱਸ ਦੇ। ਇਹ ਗੱਲ ਜਾਈ ਨਾ ਜਾਏ, ਸਾਰਿਆਂ ਦਾ ਭਲਾ ਹੋ ਜਾਏ। कबीर साहब ने एक थां ते लिखिया ना भी कोठड़े मैं कोठड़ी परम कोठी विचार। आ जिहड़ा शरीर रूपी कोठा है ना, इहदे च दिमाग रूपी कोठड़ी उत्ते है। इहदे विच परमात्मा ने एक वस्तु पाई है। दीनी वस्त कबीर को लीनी वस्त समार। मैं उन्होंने संभाल लिया ते फिर मेरे मन च विचारिया भी सब दा भला होना चाहिए। कबीर दी संसार को, मैं संसार नूं वंडी पर नहीं संसार ने लई, किसे विरले ने लई। लीनी जिस मस्तक भाग, विरले भागां वाले ने लई, बाकियां दी अवस्था बनी बे कबीर मार्ग मोती भीतरे, अंधा निकस्यो जाए, जोत बिना जगदीश के जगत उलंघे जाए। पैरां थले मोतियां नूं मिध के लंघ गया अन्ना बंदा। कागज कलम तैयार कर लिया, महाराज लिखाओ। आवाज आई दास अनिन मेरो निज रूप। वाह वाह वाही जानिए, वाह जाने ए होए। ए और ओ जब मिले तब मिलत न जाने कोई। दास अनिन मेरो निज रूप, दर्शन निमख ताप त्रई मोचन। जेड़ा मेरा अनिन सेवक है, अख चमकण जिन्ना समा कोई ओदे दीदार कर लवे ते ओदे तिन्ने ताप नाश हो जांदे ने। आदियां व्याधियां ते उपाधियां, तीने ताप निवारण हारा। दुख हंता सुख रास, तां कहो बिघन ना को लागे, जाकी प्रभ आगे अरदास। दास अनिन मेरो निज रूप, दर्शन निमख ताप त्रई मोचन। ਉਹਦੇ दर्शन कर लीए तिन्ना तापां दा नाश हो जाता है। परसत इस तरह स्पर्श कर लै, मुक्त करत ग्रह को। मैं किते इस शब्द की व्याख्या कर रहा सा, वेले होके लंगर पानी छकिया ते दो जने आपे च गल्लां करन। उन्होंने ये नहीं पता भी ज्ञानी जसविंदर सिंह भी सुनता पिया है। वो आपे च गल्लां करन। वो जिहड़ा अपने पिंड वाला जगीरा है ना, वो जदों मोटरसाइकिल चलाए ना, ਉਹਦੇ भी हत्थां 'ਚ झरनाहट जी छिड़ जाती है। जिद्दां ये कह रहे सन परसत मुक्त करत ग्रह। वो प्यारिओ कित्थे राम राम, कित्थे टैं टैं, ये वो चीज़ां नहीं। पर पता की है, एक साडी विडंबना है भी साडे ही कुछ वीरां ने लोगां नूं अशरदक बना दिता है। ਇਹਦਾ ਨੁਕਸਾਨ ਕੀ है, एडी छेती छेती नहीं पता लगना। ये बीज उगण विच समा लगना है, फसल तैयार होण 'ਚ समा लगना है, और फिर पता लगना है भी ये जड़ियां अशरदक गल्लां ने गुरुद्वारे ते पहले ही सकम सकने ने। और रहिंदी खोंदी कसर जिहड़ी है वो तुसां कढ देनी है। जे कोई आउंदा है तो उन्हें भी कोई नहीं आउणा। अशरदक गल्लां जिन्हां विच भावना ना होवे, प्यार ना होवे, वो किते नहीं पहुंचांदियां मनुख नूं। भावना दी सारी बात है साध संगत, शरधा दी सारी गल है। तुहाडे चों किसी ने रब नहीं वेख्या, मैं भी कोई नहीं वेख्या। ब्लाइंड फेथ है। फेथ ते हुंदा ही ब्लाइंड है ना। फेथ नूं अखां नहीं हुंदियां, फेथ ब्लाइंड हुंदा है। पर इतना कुछ सिर्फ असी सियाणप वरतनी है, जिहदे ऊपर फेथ है वो ब्लाइंड ना होवे। फेथ ते हुंदा ही ब्लाइंड। वो जी फलाणे दी ते अन्नी शरधा है। वो प्यारिया शरधा सजाखी हुंदी ही कोनी गी। शरधा नहीं सजाखी हुंदी, शरधा हमेशा अन्नी हुंदी है। और वो अन्नी भी बड़े काम कर जाती है। जिदे उत्ते शरधा है वो अन्ना नहीं होना चाहिए। अंधा आगू जानिए सब साथ मुहाए। शरधा तो हुंदी अन्नी है। इसलिए भावना, भरोसा, सिखां नूं सिੱਖੀ दान, केस दान, रहत दान,
ਵਸਾ ਦਾਨ ਭਰੋਸਾ ਦਾਨ। ਭਰੋਸਾ ਕੀ ਹੈ? ਸ਼ਰਧਾ। ਉਤੇ ਅਸੀਂ ਰੋਜ਼ ਦਾਨ ਮੰਗਨੇ ਆ, ਸਾਡੀ ਝੋਲੀ ਚ ਪਾ। ਖੈਰ, ਦਾਸ ਅਨਿਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੋ। ਸਾਧ ਸੰਗਤ, ਜਿਹੜਾ ਅੰਮ੍ਰਿਤਸਰ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੈ ਨਾ, ਇਹਦੇ ਪਹਿਲੇ ਪ੍ਰਿੰਸੀਪਲ ਬਣਾਏ ਸਨ ਪ੍ਰਿੰਸੀਪਲ ਗੰਗਾ ਸਿੰਘ। ਉਹਦੀ ਵਿਦਵਤਾ ਜਿਹੜੀ ਹੈ ਨਾ, ਵੱਡੇ ਵੱਡੇ ਉਹਦਾ ਲੋਹਾ ਮੰਨਦੇ ਸਨ। ਮੈਂ 2-3 ਉਦਾਹਰਨਾਂ ਦੇਣਾ ਹੁੰਨਾ। ਇੱਕ ਤੇ ਪੰਜਾਬੀ ਸੂਬੇ ਦਾ ਮੋਰਚਾ ਸੀ ਤੇ ਫਤਿਹਗੜ੍ਹ ਸਾਹਿਬ ਆਮੋ ਸਾਹਮਣੇ ਪੰਡਾਲ ਲੱਗੇ ਸਨ, ਕਿਉਂਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਸੀ ਵੀ ਸੂਬਾ ਬਣੇ, ਬਾਕੀ ਸਾਡੇ ਇੱਥੇ ਪੰਜਾਬ ਦੇ ਵਿੱਚ ਰਹਿਣ ਵਾਲੀ ਜਿਹੜੀ ਗੈਰ ਸਿੱਖ ਕਮਿਊਨਿਟੀ ਹੈ ਉਹ ਵੀ ਨਹੀਂ ਸਨ ਚਾਹੁੰਦੇ। ਉਹਨਾਂ ਨੇ ਵੀ ਲਿਖਾਇਆ ਸੀ ਵੀ ਪੰਜਾਬੀ ਸਾਡੀ ਮਾਂ ਬੋਲੀ ਨਹੀਂ, ਹਿੰਦੀ ਹੈ। ਔਰ ਰਾਜਨੀਤਿਕ ਦਲ ਜਿਹੜੇ ਨੇ ਉਹ ਆਪਣੇ ਬਕਾਇਦਾ ਰੈਲੀਆਂ ਕਰਕੇ ਲੋਕਾਂ ਨੂੰ ਪ੍ਰੇਰਦੇ ਸਨ ਵੀ ਇਹ ਨਹੀਂ ਬਣਨਾ ਚਾਹੀਦਾ। ਤੋ ਉਸ ਮੋਰਚੇ ਵਿੱਚ ਇੱਕ ਦਿਨ ਕੀ ਹੋਇਆ ਵੀ ਫਤਿਹਗੜ੍ਹ ਸਾਹਿਬ 2 ਪੰਡਾਲ ਲੱਗੇ। ਇੱਕ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਨੇ ਅਕਾਲੀਆਂ ਵੱਲੋਂ ਬੋਲਣਾ ਸੀ ਤੇ ਇੱਕ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੋਲਣਾ ਸੀ। ਅੰਬੈਸਡਰ ਕਾਰ ਲਾਲ ਬੱਤੀ ਲੱਗੀ ਹੋਈ, ਹੁਣ ਵਾਂਗੂ ਤਾਮ ਜਾਮ ਨਹੀਂ ਸੀ ਪਰ ਫਿਰ ਵੀ ਹੁੰਦਾ ਸੀ। ਭੱਜ ਕੇ ਇੱਕ IPS ਅਫਸਰ ਨੇ ਦਰਵਾਜ਼ਾ ਖੋਲ੍ਹਿਆ, ਨਹਿਰੂ ਨੇ ਇੱਕ ਪੈਰ ਬਾਹਰ ਰੱਖਿਆ, ਇੱਕ ਅਜੇ ਅੰਦਰ ਹੀ ਸੀ। ਉਸ IPS ਅਫਸਰ ਨੂੰ ਕਹਿਣ ਲੱਗਾ ਵੀ ਇਹ ਸਾਹਮਣੇ पंडाल किसका है? वो कहने लगा जी अकालियां दा है। इसमें कौन बोल रहा है? वो कहने लगा जी इसमें तो वो मिशनरी कॉलेज के प्रिंसिपल है ना गंगा सिंह। हाँ मैंने सुना उनके बारे में, वो बोल रहे हैं। तुसी हैरान होवोगे, जेड़ा पैर थल्ले सी उन्हें वापस घसीट के कार च रख के ताकी बंद कर ली। वो कहने लगा मैनू सुनन कौन आवेगा, गंगा सिंह आ रहा है, मैं तो फलाप हो जाऊंगा। इदां दा बंदा सी गंगा सिंह। एक पिंड च कथा कर रहे सन, एक सफाई कर्मचारी बीबी सिर दे उत्ते ना टोकरा चुक के गोबर दा ढेर ते सुट्टन जा रही सी। कन्नां च आवाज पै गई और इन्ना रस आया, इन्नी खिच पई, खलो गई और पत्थर दी परतमा वांगू खलोती रही जदों तक कथा घंटे दी समाप्त नहीं हुई। फिर लोकां आख्या भी इहनूं थल्ले ते सुट लै, इहनूं कहिंदे ने कुछ बोलना। इस तरह दा बुलारा गंगा सिंह। कथा कीती, संत अतर सिंह मस्तूआणे वाले संगत च बैठे सन। लंगर छकन लगे अतर सिंह मस्तूआणे वाले महापुरुष ते गंगा सिंह कोल कोल बह गए। परसत मुक्त करत ग्रह कूप, वो स्पर्श कर ले ना ते जीवन बदल देंदा। प्यार नाल गुट नूं इस तरह फड़ के ना अतर सिंह संत हुणां ने गंगा सिंह दे गुट नूं फड़ के ते हथ पिठ दे उत्ते इस तरह फेरिया। कहण लगे गंगा सिंह तू हत्थां ते सरों जमा देना, बहुत सोहना बोलना है। एक गल दस। आखन लगे जी पुछो। कहने लगे जो कुछ तू बोलिया है कदी माणिया है? ते प्रिंसीपल गंगा सिंह कहने लगे संत जी मैं तो टीचर हाँ, तैयारी करके बोलना, सारी उम्र हो गई पढ़ांदियां नूं, पढ़ांदियां पढ़ांदियां पढ़दियां पढ़दियां बोलदियां बोलदियां अभ्यास नाल ये महारत मैनूं मिल गई है, मैं ये सब कुछ माणिया कदी नहीं। तो कहने लगे तू मान सकना है। और जिन्हां ने प्रिंसीपल गंगा सिंह की अंतली दशा वेखी है उन्हां नूं पता है जींदे जी ही बात बन गई सी। जींदे जी बात बनी, बड़ी उच्ची अवस्था ते पहुंच गए सन, पर उदों पहला कुछ भी नहीं सी सिवाय बोलण दे, होर कुछ नहीं सी। जिवें मातड़ आके बोल जाते ने। कोई भिजी हुई रूह स्पर्श भी करदा है ते जीवन च क्रांति आ जाती है। साध संगत परसत मुक्त करत ग्रह कूप, ये मोह की खूही चों बाहर कढ दिंदा। फिर होर की अधिकार ने अनिन सेवक दे, मेरी बांधी भगत छड़ावे। मैं किसी नूं पनिशमेंट दे दियां, उसे दी मिस्टेक करके गुनाह करके, तो मैं उन्होंने माफ नहीं कर सकता। भगत चाहे तो उन्होंने माफ कर सकता है। मेरे बजे हुए भगत छुड़ा सकता है। मेरी बांधी भगत छड़ावे, पर बंद है भगत ना छूटा मोहे। वो किस तरह? साध संगत जे लाहौर वाला बुद्धू ये कह दे भी आवे कच्चे रहन
गुरु अर्जन साहब सच्चे पातशाह ने अरदास कीती है बई बुद्धू दे आवे पक्कण, इन्हें संगत नूं लंगर छकाया, कीर्तन कथा कराया, सतसंग घर च कराया, इहदे आवे पक्कण। ते बुद्धू ने लखू दे कपड़े वेख के गरीब जान के धक्के मारे, पहला संगत लंगर छकेगी फिर तेनू छकावांगे, ओ उत्थे बह जा। ते जदों अरदास विच अरदासिया कवे ना बुद्धू ने सेवा कीती आवे पक्कण, ते भाई लखू अपनी मौत आखण इहो जे ते कच्चे ही रहण। असीं हुण भी इस तरह ही करने ना, अखंड पाठ भोग तो रिश्तेदार सदे हुए ने, ਜਿਹੜੇ खा खा के विचारे बीमार हो गए ने, हो थोड़ा जिहा ते लो जी, आ भी राह ते तुसीं लिया ही नहीं। ਜਿਹੜੇ ਲੋੜਵੰਦ ਨੇ ਉੱਥੇ ਅਸੀਂ ਡਾਂਗ ਲੈ ਕੇ ਠਹਿਰ ਜਾਓ, ਅਜੇ ਨਹੀਂ ਫਿਰ ਤੁਹਾਨੂੰ ਛਕਾਵਾਂਗੇ। ਤੇ ਪਿਆਰੇ ਉਹਨਾਂ ਦੇ ਵਿੱਚ ਰੱਬ ਬੈਠਾ ਹੈ, ਉਹਨਾਂ ਨੇ ਸਾਰਾ ਕੰਮ ਕਰ ਜਾਣਾ ਜੀ। ਇਹ ਸਾਨੂੰ ਜ਼ਰੂਰ ਜਦੋਂ ਘਰਾਂ 'ਚ ਸਮਾਗਮ ਹੁੰਦੇ ਨੇ ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਜਿਹੜੇ ਲੋੜਵੰਦ ਨੇ ਉਹਨਾਂ ਨੂੰ ਉਹਨਾਂ ਦਾ ਧਿਆਨ ਰੱਖਣਾ ਬੇਲੋੜਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਆਵੇ ਤੇ ਕੱਚੇ ਹੀ ਰਹੇ ਨਾ, ਸਾਖੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਲੱਖੂ ਨੇ ਕਹਿ ਦਿੱਤਾ ਨਾ ਪੱਕਣ ਤੇ ਆਵੇ ਨਹੀਂ ਪੱਕੇ, ਇਹਨੂੰ ਕਹਿੰਦੇ ਨੇ ਮੇਰੀ ਬੰਦੀ ਭਗਤ ਛਡਾਵੇ, ਬੰਦ ਹੈ ਭਗਤ ਨਾ ਛੂਟੈ ਮੋਹੇ। एक समय मोह को गए बंद है, जे किसे वेले मैनू भी पकड़ के वो लाड़ नाल बंद है, तो फुन मोह पै जवाब ना होए। तुसी कहोगे किद्दां हो सकदा है? सत्संग तुहाडी पग नूं कोई हत्थ पाए, तुहाडी दाढ़ी नूं कोई हत्थ पाए, की करोगे तुसी? मैनूं दस्सण दी ते लोड़ नहीं ना, पर बच्चा झोली च बह के दाढ़ी नूं भी हत्थ पा लैंदा, पुत्तर पग नूं भी हत्थ पा लैंदा, कदी कदी खिच भी लैंदा थल्ले, ते असीं अग्गों हसी जाने आ। इस तरह भगत लाड विच उहनूं भी बन्नना चाहे तो बन दिंदा है। दास अनिन मेरो निज रूप, दर्शन निमख ताप त्रई मोचन, परसत मुक्त करत ग्रह कूप, मेरी बांधी भगत छडावे, बंद है भगत ना छूटै मोह, एक समय मोह को गए बंद है, तो फुन मोह पे जवाब ना होए। मैं गुण बंद, ये निरंकार इल्हाम करके नामदेव साहब नूं कह रहे हैं। की कह रहे हैं नामदेव जी? मैं गुणां दा बज्जा होया वां, मैं गुणां दे अधीन आ, मैं गुण बंद। एक गल, दूजी गल सगल की जीवन, सारियां दे जीवन दा आधार आसरा मैं आ। तेनू पता मेरे जीवन का आसरा कौन है? जी नहीं। तो कह लगे मेरी जीवन मेरे दास, जेड़े अनिन ने मेरे जीवन की टेक आसरा आधार वो ने, इन्ना मान है उन्होंने। नामदेव जा कै जी जैसी तैसो ताको प्रेम प्रकाश, जिदे दिल विच जिस तरह की भावना है, जिस तरह की शरधा है, उवें दा फल मिल जाएगा। किवें जी? एक डॉक्टर हुंदा, रोगी कई हुंदे ने, घड़े विच ते पुड़ियां नहीं ना पाइयां भी हथ मारिया ते 10 पुड़ियां झोली च पा दी ते 4 नहीं खाना, दही नहीं खाना, जा ना। वैद एक है, रोगी कई ने, जिवें दा रोग है उवें दी दवाई है। कई बार रब दीआं दित्तियां दातां नूं जग्यासू वंडन लग पैंदे ने। हुण सियाणा बंदा की करदा है? हाँ जी दसो की समस्या तुहाडी? जी समस्या है वे मैं बीमार हाँ, डॉक्टर ने दवाइयां लिखियां ने, कोल पैसे को नहीं, आ मेरे कोल परचा है, मैनू दवाइयां लै दिओ। वो किसी घर विचों सर्वेंट नूं भेजदा, जा भी इहनूं दवाइयां लै दे। ये तो नहीं ना भी वो बीमार है, उहनूं ते गोली नहीं लंघदी, उहदे अगे थाल परोस के रख दिओ, खाना खा। वो कहे जी मेरे तो पानी का घुट नहीं अंदर जाता, मैं खाना किवें खावां ना। वैद एक है, रोगी कई ने, जिवें दा बीमारी है उवें दी दवाई है। दाता एक है, मंगते कई ने, जिवें दी मंग है, किसी नूं कंबल चाहिए, किसी नूं दवाई चाहिए, किसी नूं भोजन चाहिए, किसी नूं रुपये चाहिए, जिवें दी मंग है उवें दी दात है। हकूमत एक है, जॉब दे चाहवान नौजवान बच्चे बच्चियां कई ने, जिवें दी उहदी काबलियत है उवें दी उहनूं जॉब मिल जाती। ये तो नहीं ना भी पायलट नूं डॉक्टर की सीट ते डॉक्टर नूं पायलट की सीट ते बिठा देंदे ने। जिस तरह की योग्यता है, उहदे कोल जिस तरह का स्किल है,
ਹਕੂਮਤ ਇੱਕ ਹੈ, ਜੋਬ ਦੇ ਚਾਹਵਾਨ ਕਈ ਨੇ, ਜਿਵੇਂ ਦੀ ਯੋਗਤਾ ਹੈ ਉਵੇਂ ਦੀ ਜੋਬ ਹੈ। ਵੈਦ ਇੱਕ ਹੈ, ਰੋਗੀ ਕਈ ਨੇ, ਜਿਵੇਂ ਦੀ ਬਿਮਾਰੀ ਹੈ ਉਵੇਂ ਦੀ ਦਵਾ ਹੈ। ਦਾਤਾ ਇੱਕ ਹੈ, ਮੰਗਤੇ ਕਈ ਨੇ, ਜਿਵੇਂ ਦੀ ਮੰਗ ਹੈ ਉਵੇਂ ਦੀ ਦਾਤ ਹੈ। ਗੁਰੂ ਇੱਕ ਹੈ, ਸਿੱਖ ਕਈ ਨੇ, ਜਿਵੇਂ ਦੀ ਭਾਵਨਾ ਹੈ ਉਵੇਂ ਦੀ ਦਾਤ ਹੈ। जैसे तो अनेक रोगी आवत हैं, वैद ग्रह जैसो जैसो रोग तैसो औखद खुआवी। जैसे दाता पास जन अर्थी अनेक आवे, जोई जोई जाचे दे दे दुखन मटावी। जैसे राजा पास लोग आवत सेवा निमित्त, जोई जाही जोग तैसो टहल बतावी। तैसे गुरचरण शरण आवत हैं अनेक सिख, जैसी जैसो जैसो पाओ तैसी कामना पुजावी। नामदेव जांके जी जैसी, तैसो ताको प्रेम प्रगास। वाह वाह वाही जाणीए, वावे अखर तो उपदेश। जिन्हें परमात्मा नू जान लिया, वाह जाने ओनू जान के ए होए, ये भी उसे दा ही रूप हो जाता है। ए और ओ जब मिले, ए और ओ आत्मा ते परमात्मा जदों मिल जाते ने, तब मिलत ना जाने कोई। फिर उन्हां दे मिलाप नू आम बंदा नहीं समझ सकता, और कोई ताकत फिर आत्मा ते परमात्मा नू परस्पर जुदा भी नहीं कर सकती। यह है वावे अखर तो उपदेश। हुण अगला जिहड़ा बचन है, सस्सा फिर खखा फिर सस्सा फिर हाहा और फिर लले तो लियों लियों करत फिरें सब लोग। ये आने वाले दिनों च आप जी विचार सरवण करोगे। गुरमुख प्यारिਆਂ ਨੂੰ बेनती की है, दास की 2 ਕੁ दिन 3 दिन सवेर की कथा च मैं हाजिर नहीं हो सकांगा। सो आप जी ने इसे प्रकार ही दर्शन देने की कृपालता करनी। तो इन्नियां ही बेनतियां अज प्रवान करनियां। साध संगत बेनतियां विचारां करदियां होइयां बेअंत भुल्लां गलतियां वास्ते दास सनिवर खिमा दा जाचक है। सो